ਤੇ ਇਸ ਕਰਕੇ 10 ਦਿਨਾਂ 'ਚ ਸਾਰੀ ਵਧੀਆ ਫਸਲ ਆ ਜਿਹੜੀ ਉਹ ਖਰੀਦ ਕਰ ਲੈਣਗੇ ਜਿਹੜੇ ਇਹਨਾਂ ਦੇ ਦੋਸਤ ਨੇ ਜਿਨ੍ਹਾਂ ਦੇ ਸਾਈਲੋ ਬਣੇ ਆ, ਕਿਉਂਕਿ ਯੂਪੀ ਦੀ ਇਲੈਕਸ਼ਨ ਲੜਨੀ ਆ। 10-20 ਹਜ਼ਾਰ ਕਰੋੜ ਰੁਪਈਆ ਕੱਢਲਾ ਉਹ 'ਚੋਂ ਕੱਢਣਾ ਇਹਨਾਂ ਨੇ, ਆ 10 ਦਿਨ 'ਚ ਕੱਢ ਕੇ ਉਦੋਂ ਬਾਅਦ ਆ ਜਿਹੜੀ ਉਹ ਬਚੀ ਖੁਚੀ ਖਰੀਦ ਆ ਕਰ ਲੈਣਗੇ। ਤੇ ਇਸ ਕਰਕੇ ਇਹ ਜਹਾਜ਼ ਹਵਾ 'ਚ ਜਾਂਦੇ ਜਾਂਦੇ ਫਾਈਲਾਂ ਸਾਈਨ ਕਰਦੇ ਆ, ਜ਼ਮੀਨ ਦਾ ਥੱਲੇ ਭੁੱਲ ਗਏ, ਕੋਈ ਇਹਨਾਂ ਨੂੰ ਜ਼ਮੀਨ ਤੇ ਦੱਸਣ ਵਾਲਾ ਨਹੀਂ ਰਿਹਾ, ਐਡੇ ਹੰਕਾਰੀ ਹੋ ਗਏ, ਥੱਲੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ। ਨੇਤਾ ਕਹਿ ਰਹੇ ਇਹ ਜਿਹੜੇ ਬੀਜੇਪੀ ਵਾਲਿਆਂ ਨੇ ਜਾਤ ਦੀ ਕੋੜ ਕਿਰਦੀ ਸ਼ਤੀਰੀਆਂ ਨਾਲ ਜੱਫੇ ਵਾਲੀ ਗੱਲ ਆ। ਇਹ ਕਿਸਾਨ ਮਜ਼ਦੂਰ ਜਿਹੜੇ ਇਹ ਸ਼ਤੀਰੇ ਆ, ਇਹ ਨਹੀਂ ਹਿੱਲਣੇ। ਤੁਸੀਂ ਕੋੜ ਕਰ ਲਿਓ ਇਹਨਾਂ ਦੇ ਮੂਰੇ, ਇਹਨਾਂ ਦੇ ਮੂਰੇ ਨਾ ਬੇਫਜ਼ੂਲ ਤਾਕਤ ਵਰਤ ਕੇ ਦੇਖੋ। ਭਾਜੀ ਬੀਜੇਪੀ ਕਹਿ ਰਹੀ ਹੈ, ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਪ੍ਰਾਈਵੇਟ ਇੰਟਰਵਿਊ ਦਿੱਤਾ ਇੱਕ ਮੈਗਜ਼ੀਨ ਨੂੰ, ਉਹ ਕਹਿੰਦੇ ਨੇ ਕਿ ਕਿਸਾਨਾਂ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਲੇਕਿਨ ਮੁੱਦੇ ਤੇ ਆ ਕੇ ਗੱਲ ਕਰੋ, ਜਿਸ ਮੁੱਦੇ ਤੇ ਦਿੱਕਤ ਹੈ ਉਸ ਤੇ ਚਰਚਾ ਕਰ ਲੈਂਦੇ ਹਾਂ। ਉਹ ਤਾਂ ਹਰਪ੍ਰੀਤ ਲੱਗ ਗਿਆ ਪਤਾ ਵੀ ਰਾਤੋਂ ਰਾਤ ਜਦੋਂ ਪ੍ਰਧਾਨ ਮੰਤਰੀ ਫੋਟੋ ਖਿਚਾ ਰਹੇ ਸੀਗੇ ਵੀ ਮੈਂ ਫਾਈਲ ਕਲੀਅਰ ਕਰ ਰਿਹਾ ਜਹਾਜ਼ 'ਚ 20,000 ਵਾਲੇ ਕਰੋੜ 'ਚ, ਤੇ ਉਹ ਕੀ ਫਾਈਲ ਸੀ? ਗੱਲਬਾਤ ਦੀ ਸੀ ਇਹ ਲੱਛਣ? ਤੁਸੀਂ ਜਿਹੜਾ ਅੱਜ ਤੱਕ ਜਿੱਦਾਂ ਦਾ ਦੇਸ਼ ਆਜ਼ਾਦ ਹੋਇਆ ਕਦੇ ਵੀ ਫਸਲ ਆ ਜਿਹੜੀ ਖਰੀਦ ਉਹਦੀ ਪਹਿਲਾਂ ਤਾਂ ਹੋ ਗਈ, ਪਿਛਲੀ ਵਾਰ ਵੀ 4 ਦਿਨ ਪਹਿਲਾਂ ਹੋਈ ਸੀ, ਅੱਜ ਤੱਕ ਇਤਿਹਾਸ 'ਚ ਕਦੇ ਵੀ 10 ਦਿਨ ਲੇਟ ਨਹੀਂ ਕੀਤੀ ਸੀ। ਇਹ ਤਾਂ ਬਿੱਲਾਂ ਵੱਲ ਚੱਲ ਪਏ ਲਾਗੂ ਕਰਨ, ਜਿਹੜਾ ਕੋਰਟ ਨੇ ਰੋਕਿਆ ਨਾ ਉਹ ਵੀ ਕੰਮ ਫੇਲ ਹੋ ਗਿਆ। ਇਸ ਤਰੀਕੇ ਨਾਲ ਲਾਗੂ ਕਰਤਾ ਵੀ ਜੇ 10 ਦਿਨ ਉਧਰ ਕੰਬਾਈਨਾਂ, ਤੁਹਾਨੂੰ ਪਤਾ ਸਾਰੇ ਤੁਸੀਂ ਸਾਰੇ ਜਾਣਦੇ ਹੋ ਵੀ ਕੰਬਾਈਨਾਂ ਦੇ ਪਹਿਲਾਂ ਕਿਰਾਏ ਦਿੱਤੇ ਗਏ, ਟਾਈਮ ਟੇਬਲ ਬਣ ਗਿਆ ਵੀ ਤੁਹਾਡੇ ਵੱਢਣ ਆਏਗੀ, ਮੇਰੇ ਆਏਗੀ, ਇਹ ਪਿੰਡ ਜਾਏਗੀ, ਟਰਾਲੀਆਂ ਮੰਗਾ ਕੇ ਭਰ ਕੇ ਰੱਖ ਲੀਆਂ, ਕਿਉਂਕਿ ਮੈਂ ਖੰਨੇ ਤੋਂ ਆਉਣਾ, ਤੇ ਤਿਆਰੀ ਸਾਡੀ ਸ਼ਾਮ ਦੀ। ਗੁਰਕੀਰਤ ਸਿੰਘ ਉੱਥੋਂ ਕੈਬਨਿਟ ਮੰਤਰੀ ਨੇ, ਭਾਰਤ ਭੂਸ਼ਣ ਆਸ਼ੂ ਫੂਡ ਸਪਲਾਈ, 9 ਵਜੇ ਮੈਨੂੰ ਫੋਨ ਆਉਂਦਾ ਵੀ ਆਪਾਂ ਬੋਲੀ ਜਿਹੜੀ ਆ, ਕਿਉਂਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ 'ਚ ਹੁੰਦੀ ਹੈ ਸ਼ੁਰੂ, ਉੱਥੇ ਜਾਣਾ। ਉੱਥੇ ਉਦੋਂ ਬਾਅਦ ਕੀ ਹੋਇਆ, ਉੱਥੇ ਜਾਂਦੇ ਹੀ ਜਦੋਂ 9 ਵਜੇ ਤੋਂ ਬਾਅਦ ਖਬਰ ਆ ਗਈ ਵੀ ਕੈਂਸਲ, ਤੇ ਹੁਣ ਕੀ ਹੋਊਗਾ? ਸਾਰੇ ਜਿਹੜੇ ਅੰਬਾਨੀ ਅਡਾਨੀ ਜਾਂ ਜਿਹੜੇ 50 ਹੋਰ ਨੇ ਉਹ ਸਾਰੀ 10 ਦਿਨ 'ਚ ਖਰੀਦ ਕਰ ਲੈਣਗੇ, ਕਿਉਂਕਿ ਕਿਸਾਨ ਵਿਚਾਰਾ ਮੀਂਹ ਤੋਂ ਕਿੱਥੋਂ ਰੁਕੂ, ਬੀਜ ਤਾਂ ਲਊ, ਵੱਢ ਲਊ, ਪਰ ਕੁਦਰਤ ਦੇ ਤਾਂ ਹੱਥ ਨਹੀਂ ਉਹਦੇ। ਤੇ ਜਿੱਦਣ ਸਾਰੀ ਫਸਲ ਤਬਾਹ ਹੋ ਜੂ, ਉਹਦੀ ਟਰਾਲੀਆਂ 'ਚ ਪਈ ਆ ਜਾਂ ਪੱਕੀ ਪਈ ਆ, ਉਹਨੇ ਤਾਂ ਵਿਚਾਰੇ ਨੇ ਆਪਣਾ ਕਹਾਂ ਧੀ ਵਿਆਉਣੀ ਆ, ਪੁੱਤ ਵਿਆਉਣਾ, ਕਰਜ਼ਾ ਕਿਸ਼ਤ ਮੋੜਨੀ ਆ, ਉਹਦਾ ਅੱਧੇ ਰੇਟ 'ਚ ਵਿਕੂ, ਉਹ 'ਚ ਵੀ ਵੇਚ ਕੇ ਵਿਚਾਰਾ, ਜਿਹੜੀ ਕਿਉਂਕਿ ਸਾਰੀ ਤਬਾਹ ਹੋਣ ਤੋਂ ਡਰਦਾ ਵੀ ਮੀਂਹ ਪੈ ਗਿਆ, ਗੜੇ ਪੈ ਗਏ, ਕੁਝ ਹੋਰ ਹੋ ਗਿਆ। ਤੇ ਇਸ ਕਰਕੇ 10 ਦਿਨਾਂ 'ਚ ਸਾਰੀ ਵਧੀਆ ਫਸਲ ਆ ਜਿਹੜੀ ਉਹ ਖਰੀਦ ਕਰ ਲੈਣਗੇ ਜਿਹੜੇ ਇਹਨਾਂ ਦੇ ਦੋਸਤ ਨੇ ਜਿਨ੍ਹਾਂ ਦੇ ਸਾਈਲੋ ਬਣੇ ਆ, ਕਿਉਂਕਿ ਯੂਪੀ ਦੀ ਇਲੈਕਸ਼ਨ ਲੜਨੀ ਆ। 10-20 ਹਜ਼ਾਰ ਕਰੋੜ ਰੁਪਈਆ ਕੱਢਲਾ ਉਹ 'ਚੋਂ ਕੱਢਣਾ ਇਹਨਾਂ ਨੇ, ਆ 10 ਦਿਨ 'ਚ ਕੱਢ ਕੇ ਉਦੋਂ ਬਾਅਦ ਆ ਜਿਹੜੀ ਉਹ ਬਚੀ ਖੁਚੀ ਖਰੀਦ ਆ ਕਰ ਲੈਣਗੇ। ਤੇ ਇਹ ਲੱਛਣ ਨੇ, ਇਹ ਕਿਹੜਾ ਮੈਗਜ਼ੀਨ ਆ ਮੈਨੂੰ ਨਹੀਂ ਪਤਾ ਇਹੋ ਜਿਹੀਆਂ ਗੱਲਾਂ ਜਿਹੜਾ ਲਿਖਦਾ ਏ। ਦੇਖੋ ਚੀਫ ਮਿਨਿਸਟਰ ਪਹਿਲਾਂ ਮਿਲ ਕੇ ਗਏ ਆ, ਕੱਲ੍ਹ ਮਿਲ ਕੇ ਗਏ ਆ, ਉਹਦਾ ਤਾਂ ਕੋਈ ਜਵਾਬ ਨਹੀਂ। ਤੇ ਇਸ ਕਰਕੇ ਇਹ ਜਹਾਜ਼ ਹਵਾ 'ਚ ਜਾਂਦੇ ਜਾਂਦੇ ਫਾਈਲਾਂ ਸਾਈਨ ਕਰਦੇ ਆ, ਜ਼ਮੀਨ ਦਾ ਥੱਲੇ ਭੁੱਲ ਗਏ, ਕੋਈ ਇਹਨਾਂ ਨੂੰ ਜ਼ਮੀਨ ਤੇ ਦੱਸਣ ਵਾਲਾ ਨਹੀਂ ਰਿਹਾ, ਐਡੇ ਹੰਕਾਰੀ ਹੋ ਗਏ, ਥੱਲੇ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ। ਨੇਤਾ ਕਹਿ ਰਹੇ ਨੇ ਕਿ ਤੁਹਾਡੀ ਤੁਸੀਂ ਪੰਜਾਬ ਕਾਂਗਰਸ ਆਪ ਡੋਲ ਡਰਮ 'ਚ ਇਹਨਾਂ ਤੋਂ ਆਪਣੀ ਲੜਾਈ ਤੋਂ ਫੁਰਸਤ ਮਿਲਦੀ ਤਾਂ ਇਹ ਕਿਸਾਨ ਦੀ ਆ ਕੇ ਗੱਲ ਕਰਦੇ। ਚਲੋ ਐਮਪੀ ਤਾਂ ਕਿਸੇ ਲੜਾਈ 'ਚ ਨਹੀਂ ਗਏ, ਅਸੀਂ ਤਾਂ 300 ਦਿਨ ਦੇ ਬੈਠੇ ਆ ਉਰੇ। ਚਲੋ ਯਾਰ ਪੰਜਾਬ ਦੇ ਬੀਜੇਪੀ ਵਾਲਿਆਂ ਦੀ ਤਾਂ ਗੱਲ ਮੈਂ ਤਾਂ ਕਰਾਂ, ਜੇ ਦਿੱਲੀ ਵਾਲੇ ਉਹਨਾਂ ਨੂੰ ਪੁੱਛਦੇ ਹੁਣ, ਅੱਜ ਤੱਕ ਇੱਕ ਵੀ ਫੋਟੋ ਕੋਈ ਜਿਹੜੇ ਕਿਸਾਨ ਲੀਡਰ ਆਪਣੇ ਆਪ ਨੂੰ ਕਹਾਉਂਦੇ ਆ, ਆਹ 310 ਦਿਨ ਹੋ ਗਏ ਬੈਠਿਆਂ ਨੂੰ, ਇੱਕ ਵੀ ਫੋਟੋ ਕਿਸਾਨ ਕਹਾਉਣ ਵਾਲੇ, ਚਾਹੇ ਗਰੇਵਾਲ ਸਾਹਿਬ ਨੇ, ਚਾਹੇ ਜਿਆਨੀ ਸਾਹਿਬ ਨੇ, ਚਾਹੇ ਹੋਰ ਸਾਹਿਬ ਨੇ, ਇੱਕ ਵੀ ਤਸਵੀਰ ਦਿਖਾ ਦਿਓ ਪ੍ਰਾਈਮ ਮਿਨਿਸਟਰ ਨੂੰ ਮੈਮੋਰੈਂਡਮ ਦਿੰਦੇ ਗੱਲ ਕਰਦੇ ਹੋਏ। ਉਹਨਾਂ ਨੂੰ ਕੌਣ ਪਿੱਛਾ, ਨਾ 3 ਨਾ 13 ਨਾ 12 ਨਾ ਕੀ ਕਹਿੰਦੇ ਹੁੰਦੇ ਆ, ਉਹ ਤਾਂ ਕਿਸੇ ਜੋਗੇ ਨਹੀਂ ਗੇ। ਇਸ ਕਰਕੇ ਉਹਨਾਂ ਦੀ ਕੋਈ ਗੱਲ ਨਹੀਂ ਗੀ। ਉਹ ਤਾਂ ਦੇਖੋ ਇੱਕ ਗੱਲ ਆ, ਪਰ ਇਹ ਜਿਹੜੇ ਬੀਜੇਪੀ ਵਾਲਿਆਂ ਨੇ ਜਾਤ ਦੀ ਕੋੜ ਕਿਰਦੀ ਸ਼ਤੀਰੀਆਂ ਨਾਲ ਜੱਫੇ ਵਾਲੀ ਗੱਲ ਆ। ਇਹ ਕਿਸਾਨ ਮਜ਼ਦੂਰ ਜਿਹੜੇ ਇਹ ਸ਼ਤੀਰੇ ਆ, ਇਹ ਨਹੀਂ ਹਿੱਲਣੇ। ਤੁਸੀਂ ਕੋੜ ਕਰ ਲਿਓ ਇਹਨਾਂ ਦੇ ਮੂਰੇ, ਇਹਨਾਂ ਦੇ ਮੂਰੇ ਨਾ ਬੇਫਜ਼ੂਲ ਤਾਕਤ ਵਰਤ ਕੇ ਦੇਖੋ। ਇਹ ਭਗਤ ਸਿੰਘ ਦੀ ਧਰਤੀ ਆ, ਇੱਥੇ ਬੰਬ ਸਿੱਟਿਆ ਸੀ ਇਸੇ ਅਸੈਂਬਲੀ, ਇਸ ਪਾਰਲੀਮੈਂਟ ਦੇ ਵਿੱਚ। ਨਾ ਦੁਬਾਰਾ ਕਿਤੇ ਤੁਸੀਂ ਭਗਤ ਸਿੰਘ ਉਦੋਂ ਗੋਰਿਆਂ ਦੇ ਉਲਟ ਪੈਦਾ ਹੋਏ ਸੀ, ਨਾ ਤੁਸੀਂ RSS BJP ਸਰਕਾਰ ਦੇ ਉਲਟ ਪੈਦਾ ਕਰ ਲਿਓ, ਕਿਉਂਕਿ ਬਹੁਤ ਤੜਫ ਚੁੱਕੇ ਆ, ਥੱਕ ਚੁੱਕਿਆ ਪੰਜਾਬ ਦਾ ਨੌਜਵਾਨ। ਨਾ ਉਹਨੂੰ ਭੜਕਾਓ, ਹੁਣ ਤੁਸੀਂ ਬਲਦੀ ਤੇ ਤੇਲ ਉਹਦੀ ਫਸਲ ਨੂੰ ਲੇਟ ਕਰਕੇ ਪਾਇਆ, ਨਾ ਦੁਬਾਰਾ ਭਗਤ ਸਿੰਘ ਪੈਦਾ ਕਰ ਲਿਓ, ਫਿਰ ਤੜਫਾਓਗੇ, ਔਖੇ ਹੋਵੋਗੇ। ਇਹ ਬਾਰਡਰ ਇੰਨਾ ਡਰੋਨ ਅਸਲਾ ਆ ਰਿਹਾ, AK-47 ਬਰੂਦ ਬੰਬ, ਇੱਕ ਵੀ ਨੌਜਵਾਨ ਜੇ ਗੁੱਸੇ 'ਚ ਆ ਕੇ ਗੁੰਮਰਾਹ ਹੋ ਗਿਆ, ਇੱਕ ਵੀ ਨੌਜਵਾਨ ਸਾਡੇ ਹੱਥੋਂ ਨਿਕਲ ਗਿਆ, ਤੇ ਮੁੜ ਕੇ ਭਾਂਬੜ ਲੱਗਣ ਨੂੰ, ਅੱਗ ਲੱਗਣ ਨੂੰ
ਮਿੰਟ ਨਹੀਂ ਲੱਗਣਾ। ਬਰੂਦ ਦੇ ਢੇਰ ਤੇ ਬੈਠੇ ਹੋ ਤੁਸੀਂ ਇਸ ਵੇਲੇ, ਸਮਝ ਲਓ ਆਰਐਸਐਸ ਤੇ ਬੀਜੇਪੀ ਸਰਕਾਰ ਵਾਲਿਓ। ਭਾਈ ਇਸ ਤੋਂ ਇਲਾਵਾ ਕੈਪਟਨ ਸਾਹਿਬ ਜਿਹੜੇ ਨੇ ਉਹ ਕਾਂਗਰਸ ਤੇ ਵਰਦੇ ਨਜ਼ਰ ਆਉਂਦੇ ਨੇ, ਕਾਂਗਰਸ ਉਹਨਾਂ ਤੇ ਵਰਦੀ ਨਜ਼ਰ ਆਉਂਦੀ ਹੈ। ਨਹੀਂ ਦੇਖੋ, ਇੱਕ ਸਾਡੇ ਬਹੁਤ ਮਹਾਨ ਤੇ ਵੱਡੇ ਲੀਡਰ ਰਹੇ ਨੇ ਉਹ, ਇਸ ਕਰਕੇ ਅਸੀਂ ਤਾਂ ਉਹਨਾਂ ਦੇ ਸਿਪਾਹੀ ਰਹੇ ਹਾਂ। ਸਾਡੀ ਕੋਈ ਇੰਨੀ ਕੋਈ ਹੈਸੀਅਤ ਨਹੀਂ ਵੀ ਉਹਨਾਂ ਦੇ ਗੱਲ ਕਰੀਏ। ਜਦੋਂ ਮੁੱਖ ਮੰਤਰੀ ਸੀਗੇ ਅਸੀਂ ਜ਼ਰੂਰ ਕਹਿੰਦੇ ਰਹੇ ਹਾਂ ਵੀ ਆਹ ਕੰਮ ਜਿਹੜੇ ਕਰਨੇ ਚਾਹੀਦੇ ਆ, ਜਿਹੜੇ ਵਾਅਦੇ ਕੀਤੇ ਆ। ਪਰ ਹੁਣ ਇਸ ਵੇਲੇ ਉਹ ਕਾਂਗਰਸ 'ਚ ਉਹਨਾਂ ਨੇ ਕਿਹਾ ਮੈਂ ਨਹੀਂ ਰਹਿਣਾ। ਪਰ ਕਿਤੇ ਵੀ ਰਹਿਣ, ਉਹ ਪੰਜਾਬ ਨੂੰ ਜਿਹੜਾ ਉਹ ਚਾਹੇ ਇੱਕ ਵੱਡੇ ਰਾਜਾ ਪਰਿਵਾਰ 'ਚੋਂ ਨੇ, ਚਾਹੇ ਉਹ ਆਪਣੇ ਜਿੰਨਾ ਚਿਰ ਉਹ ਫੌਜ 'ਚ ਰਹੇ ਆ ਉਹਦਾ, ਚਾਹੇ ਜਿੰਨਾ ਚਿਰ ਉਹ ਸਿਆਸਤ 'ਚ ਰਹੇ ਆ 40-50 ਸਾਲ, ਉਹਦਾ ਆਪਣਾ ਜਿਹੜਾ ਉਹਨਾਂ ਕੋਲ ਇੱਕ ਐਡਾ ਬੜਾ ਖਜ਼ਾਨਾ ਹੈ ਜਿਹੜਾ ਕਿ ਖਤਮ ਹੋਣ ਵਾਲਾ ਨਹੀਂ। ਉਹ ਖਜ਼ਾਨਾ ਪੰਜਾਬੀਆਂ ਨੂੰ ਤੇ ਦੇਸ਼ ਨੂੰ ਵੰਡਣ। ਹੁਣ ਇਸ ਵੇਲੇ ਮੈਂ ਸਮਝਦਾ ਆਪਣਾ ਆਸ਼ੀਰਵਾਦ ਆ ਜਿਹੜਾ ਉਹ ਸਾਰਿਆਂ ਨੂੰ ਦੇਣ। ਇਹ ਪਾਰਟੀਆਂ ਵੀ ਦੇਖ ਲਈਆਂ, ਰਾਜ ਸੱਤਾ ਵੀ ਉਹਨਾਂ ਨੇ ਦੇਖ ਲਈ, ਕੋਈ ਅਹੁਦਾ ਤਾਂ ਬਚਿਆ ਨਹੀਂ ਇਹੋ ਜਿਹਾ। ਤੇ ਇਸ ਕਰਕੇ ਇਸ ਗੱਲ ਤੋਂ ਆਪ ਉਹਨਾਂ ਨੇ ਮੰਨਿਆ ਵੀ ਜਦੋਂ ਮੇਰਾ ਵਿਸ਼ਵਾਸ ਨਹੀਂ ਰਿਹਾ, ਮੈਂ ਸਹਿਮਤ ਹਾਂ, ਮੈਂ ਛੱਡਣਾ ਹੀ ਚੰਗਾ ਸਮਝਿਆ। ਪਰ ਮੈਂ ਸਮਝਦਾ ਇਸ ਏਜ 'ਚ ਉਹਨਾਂ ਦਾ ਸਾਰਿਆਂ ਤੇ ਆਸ਼ੀਰਵਾਦ ਦਾ ਹੱਥ ਉੱਠਦਾ ਚੰਗਾ ਲੱਗਦਾ। ਕਿਸੇ ਨੂੰ ਨਫ਼ਰਤ ਦਾ, ਕਿਸੇ ਨੂੰ ਗੁੱਸੇ ਦਾ, ਕਿਸੇ ਦਾ ਹੰਕਾਰ ਦਾ, ਕਿਸੇ ਦਾ, ਕਿਉਂਕਿ ਉਹ ਵੱਡੇ ਨੇ, ਉਹ ਆਸ਼ੀਰਵਾਦ ਵਾਲਾ ਹੱਥ ਆਪਣਾ ਰੱਖਣ। ਮੈਂ ਸਮਝਦਾ ਬਹੁਤ ਵੱਡਾ ਫਾਇਦਾ ਆਉਣ ਵਾਲੇ ਦਿਨਾਂ 'ਚ ਹੋਊਗਾ। ਠੀਕ ਆ, ਗੁੱਸਾ ਹੁੰਦਾ, ਬਜ਼ੁਰਗ ਨੂੰ ਗੁੱਸਾ ਵੀ ਹੁੰਦਾ ਵੀ ਇਹ ਕੀ ਕਰ ਰਹੇ ਆ, ਤੇ ਉਹਨਾਂ ਨੂੰ ਆਪਣੀ ਲੱਗਦਾ ਹੈ ਵੀ ਹਾਂ। ਪਰ ਮੈਂ ਸਮਝਦਾ ਉਹ ਗੁੱਸਾ ਅਮਿਤ ਸ਼ਾਹ ਨੂੰ, NSA ਨੂੰ ਮਿਲ ਕੇ ਉਹਨਾਂ ਗੁੱਸਾ ਉਹਨਾਂ ਦਾ ਨਿਕਲ ਗਿਆ, ਤੇ ਜ਼ਰੂਰ ਮੈਂ ਸਮਝਦਾ ਉਹ ਠੰਡੇ ਹੋਣਗੇ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तोड़वाओ, रुस्से नूं मनाउणा। हुणे कॉल करो बाबा सलीम खान 98 199 37 467।